ਜਸਬੀਰ ਮੰਡ ਦਾ ਨਾਵਲ ਹੈ ਬੋਲ ਮਰਦਾਨਿਆਂ। 24ਵਾਂ ਕਾਂਡ। ਬਹੁਤ ਸਾਰੇ ਖੱਚਰ, ਘੋੜੇ, ਊਠ ਅਨਾਜ ਨਾਲ ਲੱਦੇ ਆ ਰਹੇ ਸਨ। ਇਹ ਵਣਜਾਰਿਆਂ ਦਾ ਟਾਂਡਾ ਸੀ। ਉਹਨਾਂ ਚੌਕ 'ਚ ਰੱਖੇ ਮਟਕਿਆਂ 'ਚੋਂ ਪਾਣੀ ਪੀਤਾ। ਜੋਗੀਆਂ ਦਾ ਅਸਥਾਨ 60 ਮੀਲ ਪਿੱਛੇ ਰਹਿ ਗਿਆ ਸੀ। ਰਸਤੇ 'ਚ ਆਏ ਪਿੰਡਾਂ 'ਚ ਅਜਿਹੀ ਰੌਣਕ ਨਹੀਂ ਸੀ। ਇੱਥੇ ਤਾਜ਼ੇ ਪੱਕਦੇ ਪਕਵਾਨਾਂ ਦੀ ਖੁਸ਼ਬੂ ਆ ਰਹੀ ਸੀ। ਹੁਣ ਆਮ ਲੋਕਾਂ ਦੀਆਂ ਆਮ ਗੱਲਾਂ ਸੁਣ ਰਹੀਆਂ ਸਨ। ਪਾਪ ਤੇ ਪੁੰਨ ਨੂੰ ਉਤੇਜਿਤ ਕਰਦੀਆਂ ਆਵਾਜ਼ਾਂ ਹੁਣ ਬਹੁਤ ਘੱਟ ਸੁਣ ਰਹੀਆਂ ਸਨ। ਗਿਆਨ ਮੰਡਲਾਂ ਦੀਆਂ ਬੈਠਕਾਂ 'ਚ ਜੋਗੀਆਂ ਦੀਆਂ ਹੱਠ ਕਰਦੀਆਂ ਆਵਾਜ਼ਾਂ ਕਈ ਵਾਰ ਕਿੰਨੀਆਂ ਬੋਝਲ ਜਾਪਦੀਆਂ ਨੇ। ਉਹਨਾਂ ਨੇ ਰੂਹਾਨੀਅਤ ਨੂੰ ਚੇਤਾਵਨੀਆਂ ਨਾਲ ਭਰ ਲਿਆ ਸੀ। ਅਜਿਹੇ ਵੇਲੇ ਮਰਦਾਨੇ ਨੂੰ ਜਾਪਦਾ ਕਿ ਗੱਲ ਜੀ ਇੰਨੀ ਗੁੰਝਲਦਾਰ ਹੈ ਤਾਂ ਮੇਰੇ ਵਰਗੇ ਮਰਾਸੀ ਦਾ ਕੀ ਬਣੇਗਾ। ਪਰ ਹਮੇਸ਼ਾ ਵਾਂਗ ਸਾਦੇ ਲੋਕਾਂ ਕੋਲ ਆ ਕੇ ਆਪਣਾ ਆਪ ਫਿਰ ਨਰਮ ਪੈਣਾ ਸ਼ੁਰੂ ਹੋ ਜਾਂਦਾ ਹੈ। ਉਹਦੀ ਨਜ਼ਰ ਬੇਰੀਆਂ ਉੱਤੇ ਬੂਰ ਖਾਂਦੀਆਂ ਤੋਤੀਆਂ ਉੱਤੇ ਪਈ। ਮੀਰਜ਼ਾਦੀ ਯਾਦ ਆ ਗਈ। ਉਹਦੇ ਵਰਗੇ ਮੁਹਾਂਦਰੇ ਨੂੰ ਵੇਖਣ ਲਈ ਜੀ ਕੀਤਾ। ਸਾਹਮਣੇ ਵਾਲੇ ਘਰ ਦੀ ਚੁਗਾਠ ਉੱਤੇ ਚਮੇਲੀ ਦੀ ਵੇਲ ਚੜੀ ਚੰਗੀ ਲੱਗੀ। ਇਹ ਵਪਾਰੀਆਂ ਦਾ ਪਿੰਡ ਏ ਫਕੀਰੋ, ਅੰਦਰੋਂ ਕੀ ਲੈਣਾ ਜਾ ਕੇ। ਬਾਬੇ ਨੂੰ ਇੱਕ ਬਿਰਧ ਪੁੱਛ ਰਿਹਾ ਸੀ, ਅੰਨ ਖਾਣਾ ਹੈ ਤਾਂ ਮੈਂ ਇੱਥੇ ਹੀ ਲੈ ਆਉਣਾ। ਬਾਬੇ ਨੇ ਪੰਡੋਕਲੀ ਜਿਸ ਤਰ੍ਹਾਂ ਥੋੜ੍ਹੀ ਦੂਰ ਰੱਖ ਕੇ ਅੰਦਰੋਂ ਕਲਮ ਤੇ ਦਵਾਤ ਕੱਢੀ ਸੀ। ਮਰਦਾਨੇ ਨੇ ਜਾਣ ਲਿਆ ਸੀ ਕਿ ਪੜਾਅ ਥੋੜ੍ਹਾ ਲੰਬਾ ਹੋਏਗਾ। ਕਈ ਵਾਰੀ ਬਾਬਾ ਮਨ 'ਚ ਆਈ ਗੱਲ ਕਿੰਨੀ ਛੇਤੀ ਪੂਰੀ ਕਰ ਦਿੰਦਾ ਹੈ। ਪਿੰਡ ਅੰਦਰੋਂ ਪਕਵਾਨਾਂ ਦੀ ਖੁਸ਼ਬੂ ਨਾਲ ਖੁਸ਼ੀ ਮਨਾਉਂਦੀਆਂ ਆਵਾਜ਼ਾਂ ਵੀ ਸੁਣ ਰਹੀਆਂ ਸਨ। ਇਹ ਘਰਾਂ 'ਚੋਂ ਆਉਂਦੀ ਖੁਸ਼ਬੂ ਕਈ ਵਾਰ ਕਿੰਨੇ ਮੁਹਾਂਦਰੇ ਨਾਲ ਲੈ ਆਉਂਦੀ ਹੈ। ਕਿਸੇ ਇੰਤਜ਼ਾਰ ਨਾਲੋਂ ਉਹਦਾ ਆਪ ਹੀ ਗਜ਼ਾ ਕਰਨ ਨੂੰ ਜੀ ਕੀਤਾ। ਬਾਬਾ ਵਣਜਾਰਿਆਂ ਦੇ ਘਰ ਜੰਮੇ ਮੁੰਡੇ ਦੀਆਂ ਮੁਬਾਰਕਾਂ ਦੇਣ ਨੂੰ ਜੀ ਕਰਦਾ ਹੈ। ਜੇ ਰੀਝ ਜਾਗੀ ਹੈ ਤਾਂ ਪੂਰੀ ਕਰ ਆ। ਥੋੜ੍ਹੀ ਦੇਰ ਬਾਅਦ ਉਹ ਚੁੱਪਚਾਪ ਵਾਪਸ ਆ ਬੈਠਾ। ਭੀੜ ਭੜੱਕੇ 'ਚ ਉਹਨੂੰ ਕਿਸੇ ਨੇ ਨਹੀਂ ਸੀ ਪੁੱਛਿਆ। ਖਾਲੀ ਕਾਸਾ ਰਬਾਬ ਕੋਲ ਰੱਖ ਉਹਨੇ ਕਈ ਵਾਰੀ ਬਾਬੇ ਵੱਲ ਵੇਖਿਆ, ਪਰ ਉੱਧਰੋਂ ਕੋਈ ਉੱਤਰ ਨਾ ਆਇਆ। ਤੜਕੇ ਨੂੰ ਜਦੋਂ ਜਾਗ ਖੁੱਲ੍ਹੀ, ਉਸੇ ਘਰੋਂ ਰੋਣ ਪਿੱਟਣ ਦੀਆਂ ਆਵਾਜ਼ਾਂ ਸੁਣੀਆਂ। ਬਾਬਾ ਚੁੱਪਚਾਪ ਉਹਦੇ ਕੋਲ ਪਿਆ ਰਿਹਾ। ਦਿਨ ਚੜ੍ਹੇ ਜਦੋਂ ਮਰਦਾਨਾ ਮਰਗਤ ਵਾਲੇ ਘਰੋਂ ਵਾਪਸ ਆਇਆ ਤਾਂ ਬਾਬਾ ਕੁਝ ਲਿਖ ਰਿਹਾ ਸੀ। ਕੋਲ ਬੈਠਾ ਮਰਦਾਨਾ ਜਿੰਨਾ ਲਿਖ ਹੁੰਦਾ ਓਨਾ ਪੜ੍ਹਦਾ ਗਿਆ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਤਪੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਿਖਾਵੇ, ਉਰਦ ਧਿਆਨ ਲਿਵ ਲਾਗਾ। ਵਣਜਾਰਿਆਂ ਦੇ ਟਾਂਡੇ ਤੋਂ ਉਹ ਦੱਖਣ ਪੂਰਬ ਵੱਲ ਚੱਲ ਪਏ। ਅੱਗੇ ਰਾਮਪੁਰ ਰਿਆਸਤ ਪੀਲੀ ਭੀਤ ਤੇ ਬਰੇਲੀ ਦੇ ਘਣੇ ਜੰਗਲ ਸਨ। ਬਹੁਤ ਘੱਟ ਆਬਾਦੀ ਸੀ। ਇਹਨਾਂ ਜੰਗਲਾਂ 'ਚ ਕਦੇ ਰਾਜਪੂਤ ਰਾਜੇ ਦਿੱਲੀ ਦੇ ਸੁਲਤਾਨਾਂ ਨਾਲ ਲੜਦੇ ਰਹੇ ਸਨ। ਫੌਜਾਂ ਦੀ ਅਗਵਾਈ ਲਈ ਜੰਗਲ ਕੱਟ ਕੇ ਰਸਤੇ ਬਣਾਏ ਸਨ। ਸਿਕੰਦਰ ਲੋਧੀ ਨੂੰ ਇਹ ਪਹਾੜ ਬਹੁਤ ਚੰਗੇ ਲੱਗੇ ਸਨ। ਉਹ ਕਈ ਵਾਰੀ ਇੱਥੇ ਸ਼ਿਕਾਰ ਖੇਡਣ ਆਇਆ ਸੀ। ਜਦੋਂ ਉਹ ਗੋਲਾ ਨਗਰ ਦੇ ਨੇੜੇ ਪਹੁੰਚੇ ਤਾਂ ਮਰਦਾਨੇ ਨੇ ਪੁੱਛਿਆ, ਬਾਬਾ ਅਸੀਂ ਕਿਸ ਪਾਸੇ ਜਾ ਰਹੇ ਹਾਂ? ਇਹ ਤਾਂ ਨਿਰੇ ਜੰਗਲੀ ਰਾਹ ਨੇ। ਉਹ ਹਾਲੇ ਪੁੱਛ ਹੀ ਰਿਹਾ ਸੀ, ਸਾਹਮਣੇ ਤੀਰਥ ਸਥਾਨ ਦਿਸਣ ਲੱਗ ਪਏ। ਅਨੇਕਾਂ ਸ਼ਿਵ ਮੰਦਰਾਂ ਦੇ ਚੌਂਤਰੇ ਸ਼ਿਵ ਭਗਤਾਂ ਨਾਲ ਭਰੇ ਪਏ ਸਨ। ਇਹ ਗੋਲਾ ਨਗਰ ਬਹੁਤ ਪ੍ਰਾਚੀਨ ਸੀ। ਇਹਦੇ ਥੋੜ੍ਹੀ ਦੂਰ ਸਾਰਦਾ ਦਰਿਆ ਵਗਦਾ ਸੀ। ਲੰਘ ਗਏ ਇਲਾਕੇ 'ਚ ਲੋਕ ਇਹਦਾ ਨਾਂ ਦਰਿਆ ਚੌਂਕਾ ਬੋਲ ਰਹੇ ਸਨ। ਗੋਲਾ ਨਗਰ ਪਹਿਲਾਂ ਬੋਧੀਆਂ ਦਾ ਸਥਾਨ ਸੀ। ਕਠੀਰ ਦਾ ਇਲਾਕਾ ਲੰਘ ਆਇਓ। ਮਹਾਦੇਵ ਦੇ ਮੰਦਰ ਦੀ ਕਥਾ ਤਾਂ ਸੁਣਦੇ ਜਾਓ। ਥੋੜ੍ਹੀ ਦੇਰ ਉਹਨਾਂ ਕੋਲ ਇੱਕ ਪਾਂਡਾ ਬੈਠਾ ਰਿਹਾ। ਜਦੋਂ ਕੋਈ ਉੱਤਰ ਨਾ ਮਿਲਿਆ ਤਾਂ ਬੁੜਬੁੜ ਕਰਦਾ ਲੰਘ ਗਿਆ। ਦੂਜੀ ਸਵੇਰੇ ਹੀ ਉਹ ਦਰਿਆ ਸਾਰਦਾ ਦੇ ਕਿਨਾਰੇ ਸਨ। ਇੱਥੋਂ ਬੇੜੀ ਦੀ ਆਵਾਜਾਈ ਸੀ। ਲੈ ਵੀ ਮਰਦਾਨਿਆਂ, ਤੈਨੂੰ ਰਾਮ ਭੂਮੀ ਤੈਰ ਕੇ ਲੈ ਕੇ ਜਾਵਾਂਗੇ। ਬੇੜੀ ਉੱਤੇ ਪੈਰ ਧਰਦਿਆਂ ਬਾਬੇ ਦੀ ਆਵਾਜ਼ ਸੁਣੀ। ਬਾਬਾ ਤੈਰਨ ਦੇ ਨਾਲ ਹੁਣ ਤਾਰ ਵੀ ਦੇ। ਬੇੜੀ ਵੱਲ ਵੇਖੀ। ਤੈਰਨ ਦੀ ਅਦਾ ਲਈ ਪਿੰਡਾ ਕਿਵੇਂ ਚਾਹੀਦਾ। ਸਾਰਦਾ ਦਰਿਆ 'ਚ ਬੇੜੀ ਤੈਰਦੀ ਗਈ। ਸਾਰਦਾ ਦਰਿਆ ਬ੍ਰਹਮ ਘਾਟ ਦੇ ਨੇੜੇ ਘਾਗਰਾ ਦਰਿਆ 'ਚ ਮਿਲ ਗਿਆ। ਘਾਗਰਾ ਦਰਿਆ ਤੋਂ ਬੇੜੀ ਅਯੁੱਧਿਆ ਪਹੁੰਚ ਗਈ ਸੀ। ਇੱਕ ਹੀ ਬੇੜੀ ਕਈ ਦਰਿਆਵਾਂ 'ਚੋਂ ਲੰਘਦੀ ਮੰਜ਼ਿਲ 'ਤੇ ਪਹੁੰਚੀ ਸੀ। ਜ਼ਮੀਨ 'ਤੇ ਪੈਰ ਧਰਦਿਆਂ ਮਰਦਾਨੇ ਨੇ ਦੋਵੇਂ ਬਾਹਾਂ ਫੈਲਾਈਆਂ। ਹੇ ਰਾਮ, ਤੂੰ ਤਾਂ ਰਸਤਿਆਂ ਰਾਹੀਂ ਵੀ ਸੈਨਤਾ ਮਾਰੀ ਜਾਂਦਾ ਹੈ। ਇਹ ਮਿੱਟੀ 'ਤੇ ਆ ਕੇ ਸਾਨੂੰ ਕੀ ਹੋ ਜਾਂਦਾ ਹੈ? ਇਹ ਰਾਮ ਭੂਮੀ ਵੱਲ ਬਾਬੇ ਦੇ ਅੱਗੇ ਹੋ ਕੇ ਚੱਲਿਆ। ਉਹਨੂੰ ਕਈ ਵਾਰ ਜਾਪਿਆ ਜਿਵੇਂ ਕੋਈ ਛੋਟਾ ਜਿਹਾ ਬੱਚਾ ਪਿਤਾ ਦੇ ਹੱਥ ਫੜ ਪਹਿਲੀ ਵਾਰ ਪਛਾਣ ਨੂੰ ਅਚੰਭਾ ਸਮਝ ਦੱਸ ਰਿਹਾ ਹੋਵੇ। ਵੇਖੋ, ਉਹ ਗਿਆ ਆਪਣਾ ਘਰ।
ਜਿਸ ਤਰ੍ਹਾਂ ਇੱਕ ਰਾਤ ਦਸ਼ਰਥ ਦੀ ਸਮਾਧ ਅੱਗੇ ਡੇਰਾ ਲੱਗਿਆ ਸੀ, ਉਸੇ ਤਰ੍ਹਾਂ ਇੱਕ ਸਵੇਰ ਉੱਥੋਂ ਵਾਪਸ ਚਾਲੇ ਵੀ ਪਾ ਦਿੱਤੇ। ਜਪੀਆਂ ਤਪੀਆਂ ਘੋਰੀਆਂ ਨੇ ਅਨੇਕਾਂ ਸਵਾਲ ਕੀਤੇ ਸਨ, ਪਰ ਇੱਕ ਤਪਸਵੀ ਬਾਬੇ ਨੇ ਬਾਬੇ ਦੇ ਗਲ ਦੀ ਮਾਲਾ ਦੇ ਮਣਕੇ ਪਤਾ ਨਹੀਂ ਕਦੋਂ ਗਿਣ ਲਏ ਸਨ। ਇਹ ਤਾਂ 108 ਚਾਹੀਦੇ ਨੇ, ਘੱਟ ਨੇ। ਬਾਬੇ ਨੇ ਆਪਣੀ ਮਾਲਾ ਹੀ ਉਤਾਰ ਕੇ ਉਹਦੇ ਗਲੇ 'ਚ ਪਾਤੀ। ਲਓ ਹੁਣ ਮੇਰੇ ਕੋਲ ਕੋਈ ਵਿਧੀ ਨਹੀਂ ਹੈ। ਬਾਬਾ ਮੁਸਕਰਾਉਂਦਾ ਰਿਹਾ। ਉਹ ਫਕੀਰ ਬਿਨਾਂ ਕੋਈ ਉੱਤਰ ਦਿੱਤੇ ਸਾਹਮਣੇ ਜਾ ਕੇ ਫਿਰ ਮਾਲਾ ਦੇ ਮਣਕੇ ਗਿਣਨ ਲੱਗਾ। ਉਸ ਤੋਂ ਬਾਅਦ ਪਤਾ ਨਹੀਂ ਕਿਉਂ ਗਲਾਂ 'ਚ ਲਟਕਦੀਆਂ ਮਾਲਾ ਬਹੁਤ ਦਿਸਣ ਲੱਗ ਪਈਆਂ ਸਨ। ਮਣਕਿਆਂ ਨੂੰ ਵੇਖ ਕੇ ਗਿਣਤੀਆਂ ਦਾ ਅਹਿਸਾਸ ਹੋਣ ਲੱਗ ਪਿਆ ਸੀ। ਹੁਣ ਤਾਂ ਬਾਬੇ ਦੇ ਗਲ 'ਚ ਵਿੱਚ ਕੋਈ ਮਾਲਾ ਵੀ ਨਹੀਂ ਸੀ। ਕੀ ਉਹ ਚਿਹਰਾ ਹਮੇਸ਼ਾ ਬਾਬੇ ਦੀ ਮਾਲਾ ਪਹਿਨ ਕੇ ਰੱਖੇਗਾ? ਇਸ ਤਰ੍ਹਾਂ ਗਏ ਚਿਹਰੇ ਦੁਬਾਰਾ ਕਦੇ ਦਿਸਦੇ ਹੀ ਨਹੀਂ। ਸੋਚਾਂ ਵਿੱਚ ਹੀ ਘਾਗਰਾ ਦਰਿਆ ਦਾ ਕੰਢਾ ਆ ਗਿਆ ਸੀ। ਬਾਬਾ ਜਦ ਇੱਕ ਵਾਰ ਪੱਤਣ 'ਤੇ ਲੱਗ ਗਏ ਸਾਂ, ਫਿਰ ਦੁਬਾਰਾ ਬੇੜੀ 'ਚ ਬੈਠਣ ਨਾਲ ਕੰਢੇ ਫਿਰ ਦੂਰ ਨਹੀਂ ਹੋ ਜਾਣਗੇ। ਪੱਤਣ 'ਤੇ ਕਾਫੀ ਭੀੜ ਸੀ। ਜਾਣ ਵਾਲੀਆਂ ਬੇੜੀਆਂ ਧਰਤੀ ਤੋਂ ਆਉਂਦੇ ਬੰਦਿਆਂ ਨਾਲ ਜ਼ੋਰ-ਜ਼ੋਰ ਦੀ ਹਿੱਲ ਰਹੀਆਂ ਸਨ। ਕਿਨਾਰੇ 'ਤੇ ਜ਼ਿਆਦਾ ਵਣਜਾਰੇ ਖੜ੍ਹੇ ਸਨ। ਮਜ਼ਦੂਰ ਅੰਨ ਦੀਆਂ ਬੋਰੀਆਂ ਲੱਦ ਰਹੇ ਸਨ। ਇਹ ਵਣਜਾਰਿਆਂ ਦਾ ਸਭ ਤੋਂ ਵੱਡਾ ਪੜਾਅ ਸੀ। ਇਸ ਪੱਤਣ ਕੋਲੋਂ ਪੈਦਲ ਹੀ ਲੰਘ ਗਏ। ਪੂਰੇ 12 ਕੋਹ ਵਾਟ ਪੈਦਲ ਚੱਲ ਸਿੰਘੌਲੀ ਇਲਾਕੇ 'ਚ ਪਹੁੰਚ ਗਏ। ਇਸ ਇਲਾਕੇ ਦੇ ਪੱਛਮ ਵੱਲ ਮਰਹਾ ਤੇ ਸਬੋਈ ਦੋ ਨਦੀਆਂ ਮਿਲਦੀਆਂ ਸੀ। ਇਹਨਾਂ ਦੇ ਮਿਲਣ ਨਾਲ ਦੋਵਾਂ ਦੀ ਇੱਕ ਨਦੀ ਟਾਂਸ ਬਣਦੀ ਸੀ। ਟਾਂਸ ਦਰਿਆ ਦੇ ਘਾਟ ਉੱਤੇ ਸਾਰਾ ਸਾਲ ਬੇੜੀ ਚੱਲਦੀ ਸੀ। ਬਾਬਾ ਹੁਣ ਨਹੀਂ ਤੁਰ ਹੁੰਦਾ, ਕਿਸੇ ਬੇੜੀ 'ਤੇ ਚੜ੍ਹੀਏ? ਹਾਂ ਮਰਦਾਨਿਆਂ, ਵਿਧੀ ਨੂੰ ਬੰਧਨ ਨਾ ਬਣਨ ਦੇਗੀ। ਬੇੜੀਆਂ ਕੋਲ ਬੰਧਨ ਹੈ, ਪਾਣੀ ਤੋਂ ਬਾਹਰ ਨਹੀਂ ਜਾ ਸਕਦੀਆਂ। ਤੇਰੇ ਕੋਲ ਦੋਵੇਂ ਰਾਹ ਖੁੱਲ੍ਹੇ ਨੇ। ਹਾਂ ਬਾਬਾ, ਉੱਤਰ ਮਿਲ ਗਿਆ। ਥੋੜ੍ਹੀ ਦੇਰ ਪਹਿਲਾਂ ਪੁੱਛੇ ਪ੍ਰਸ਼ਨ ਬਾਰੇ। ਬੇੜੀ ਨਿਜ਼ਾਮਾਬਾਦ ਵੱਲ ਚੱਲ ਪਈ ਸੀ। ਚਲਦੀ ਬੇੜੀ ਨੂੰ ਮਰਦਾਨੇ ਨੇ ਕਈ ਵਾਰ ਵੇਖਿਆ। ਦੋਵੇਂ ਕੰਢਿਆਂ ਦੇ ਨੇੜੇ ਤੋਂ ਦੂਰ ਜਾਂਦੀ ਵਿੱਥ ਨੂੰ ਨਿਹਾਰਿਆ। ਉਹਨਾਂ ਨਾਲ ਵਣਜਾਰਿਆਂ ਦੀਆਂ ਅੰਨ ਨਾਲ ਭਰੀਆਂ ਬੇੜੀਆਂ ਵੀ ਚੱਲ ਰਹੀਆਂ ਸਨ। ਇਹ ਰੋਜ਼ ਅਣਦੇਖੀਆਂ ਦੂਰੀਆਂ ਕਈ ਵਾਰ ਵੇਖੀਆਂ ਬਣ ਜਾਂਦੀਆਂ ਨੇ। ਇਹ ਕਦੀ ਨਾ ਮੁੱਕਣ ਵਾਲੀ ਵੇਖਣ ਦੀ ਖੁੱਲ੍ਹ ਹੈ। ਇਸ ਵੇਖਣ ਦੀ ਸ਼ੱਕੀ ਨਜ਼ਰ ਕਿਹੜੀ ਹੈ? ਇਹਨਾਂ ਅੰਦਰਲੀਆਂ ਚੁੱਪਾਂ 'ਚ ਇੰਨਾ ਵੱਡਾ ਵਿਸਥਾਰ ਕਿੱਥੇ ਗੁੰਮ ਹੋ ਜਾਂਦਾ ਹੈ? ਉਹਦੀ ਮੁੱਠੀ 'ਚ ਹਾਲੇ ਵੀ ਅਯੁੱਧਿਆ ਤੋਂ ਚੁੱਕਿਆ ਇੱਕ ਕੰਕਰ ਸੀ। ਮੁੱਠੀ 'ਚ ਘੁੱਟਿਆ ਪੱਥਰ ਪਸੀਨੇ ਨਾਲ ਤਰ ਹੋ ਗਿਆ ਸੀ। ਖੁੱਲ੍ਹੀ ਮੁੱਠੀ 'ਚੋਂ ਦਰਿਆ ਦੀ ਹਵਾ ਨਾਲ ਫਿਰ ਸੁੱਕਣ ਲੱਗਾ। ਬੇੜੀ ਤਾਂ ਰੁਕ ਗਈ ਸੀ, ਪਰ ਨਿਜ਼ਾਮਾਬਾਦ, ਪ੍ਰਯਾਗ, ਤ੍ਰਿਵੈਣੀ 90 ਮੀਲ ਦੂਰ ਸੀ। ਤੈਰਨ ਤੋਂ ਬਾਅਦ ਫਿਰ ਤੁਰਨਾ ਸੀ। ਬਹੁਤ ਸਾਰੇ ਯਾਤਰੂ ਤ੍ਰਿਵੈਣੀ ਦੇ ਇਸ਼ਨਾਨ ਲਈ ਇਸੇ ਰਾਹ ਜਾ ਰਹੇ ਸਨ। ਸਾਰੇ ਰਾਹ ਗੱਲਾਂ ਚੱਲਦੀਆਂ ਰਹੀਆਂ, ਪੜਾਅ ਆਉਂਦੇ ਰਹੇ। ਕਈ ਜਗ੍ਹਾ ਰਾਤ ਦੇ ਕੀਰਤਨ ਵੀ ਕੀਤੇ। ਤ੍ਰਿਵੇਣੀ ਦਾ ਇਸ਼ਨਾਨ ਕਰਕੇ ਬਹੁਤੇ ਲੋਕ ਝੂਸੀ ਆ ਰਹੇ ਸਨ। ਉਹ ਗੰਗਾ ਕਿਨਾਰੇ ਧਿਆਨ 'ਚ ਬੈਠਦੇ ਇੱਕ ਸਵੇਰੇ ਬਾਬੇ ਨੇ ਰਾਮਕਲੀ 'ਚ ਇਸ ਤਰ੍ਹਾਂ ਗਾਇਆ: ਨਾ ਸਤ ਦੁਖੀਆ, ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੈ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਹਿ ਪੜਿਆ ਦੇਸ ਫਿਰੈ, ਨਾ ਸਤ ਰੁੱਖੀ ਬਿਰਖੀ ਪੱਥਰ ਆਪ ਤਛਾਵੈ ਦੁੱਖ ਸਹਿ। ਤ੍ਰਿਵੇਣੀ ਸੰਗਮ ਦੇ ਉੱਤਰ ਵੱਲ ਗੰਗਾ ਤੋਂ ਪਾਰ ਪੁਰਾਣੀ ਝੂਸੀ ਤੋਂ ਗੰਗਾ ਦੇ ਨਾਲ ਨਾਲ ਇੱਕ ਚੌੜਾ ਕੱਚਾ ਰਸਤਾ ਸੀ। ਬਨਾਰਸ ਇੱਥੋਂ ਫਿਰ 90 ਮੀਲ ਦੂਰ ਸੀ। ਥੋੜ੍ਹੀ ਦੇਰ ਗੰਗਾ ਵੱਲੋਂ ਆਉਂਦੇ ਠੰਡੇ ਬੁੱਲੇ ਪਿੰਡਾਂ ਠਾਰਦੇ ਰਹੇ। ਫਿਰ ਜੰਗਲੀ ਦਰਖਤਾਂ ਨਾਲ ਉਹਨਾਂ ਦੀ ਠਾਰੀ ਘਟਦੀ ਗਈ। ਲੰਬੇ ਪੈਂਡਿਆਂ ਵਾਲਾ ਰਾਹੀਆਂ ਦਾ ਕਾਫਲਾ ਦੂਰੋਂ ਹੀ ਪਛਾਣਿਆ ਜਾਂਦਾ। ਸ਼ਕਲ ਸੂਰਤੋਂ ਵੇਖ ਕੇ ਦਿਸਦੇ ਦੋ ਚਿਹਰਿਆਂ ਵੱਲ ਕਈਆਂ ਨੇ ਹੈਰਾਨੀ ਨਾਲ ਪੁੱਛਿਆ, ਦੂਰੋਂ ਆਏ ਹੋ? ਕੁਝ ਕੋਲ ਵੀ ਨਹੀਂ ਹੈ? ਅਗਲੇ ਦਿਨਾਂ 'ਚ ਬੜੀ ਠੰਡ ਪਏਗੀ। ਚਲੋ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਹੈ। ਲੁਟੇਰਿਆਂ ਤੋਂ ਕੋਈ ਖਤਰਾ ਨਹੀਂ ਹੈ। ਦਿਨ ਦਾ ਪਹਿਲਾ ਪੜਾਅ ਆਇਆ। ਇੱਕ ਅਣਲਿੱਪੀਆਂ ਕੰਧਾਂ ਵਾਲਾ ਸੁੰਨਸਾਨ ਪਿੰਡ ਦਿਸਿਆ। ਜਜ਼ੀਆ ਨਾ ਭਰਨ ਕਰਕੇ ਲੋਕ ਘਰ ਛੱਡ ਗਏ ਸਨ। ਘਰਾਂ 'ਚ ਬਾਕੀ ਬਚਦਾ ਸਮਾਨ ਖੱਚਰ ਦੀਆਂ ਖੁਰਜੀਆਂ 'ਚ ਭਰ ਰਹੇ ਸਨ। ਖੇਤਾਂ ਵਿਚਲੀ ਬਾਕੀ ਬਚੀ ਫਸਲ ਵਿੱਚ ਘੋੜੇ ਚਰ ਰਹੇ ਸਨ ਤੇ ਰਾਹੀ ਪਿੰਡ ਕੋਲੋਂ ਲੰਘਦੀ ਡੰਡੀ ਤੋਂ ਪਰੇ ਹੋ ਕੇ ਚਿੜੀਆਂ 'ਚ ਦੀ ਲੰਘ ਰਹੇ ਸਨ। ਖਾਣ ਲਈ ਕੁਝ ਵੀ ਨਹੀਂ ਸੀ, ਪਰ ਪੀਣ ਲਈ ਪਾਣੀ ਸੀ। ਸਰਦ ਮੌਸਮ ਵਿੱਚ ਉਸੇ ਤਰ੍ਹਾਂ ਪਾਣੀ ਦੀ ਲੋੜ ਵੀ ਨਹੀਂ ਸੀ। ਮਰਦਾਨੇ ਨੇ ਚੁਫੇਰੇ ਫੈਲੀ ਨਮੋਸ਼ੀ ਵੱਲ ਨਜ਼ਰ ਮਾਰੀ। ਬਾਬਾ ਹਰ ਪਿੰਡ 'ਚ ਇੱਕ ਰਾਏ ਬੁਲਾਰ ਨੂੰ ਆਸ਼ੀਰਵਾਦ ਕਿਉਂ ਨਹੀਂ ਦਿੰਦਾ? ਆਲੇ ਦੁਆਲੇ ਫਿਰਦੇ ਘੋੜਸਵਾਰ ਸ਼ੱਕੀ ਨਜ਼ਰ ਨਾਲ ਵੇਖਦੇ ਲੰਘਦੇ ਰਹੇ।
ਛੋਟੇ ਜਿਹੇ ਪੜਾਅ ਤੋਂ ਬਾਅਦ ਜਦੋਂ ਉਹ ਵਾਪਸ ਚੱਲੇ ਤਾਂ ਇੱਕ ਵਾਰ ਫਿਰ ਮਰਦਾਨੇ ਨੇ ਦੂਰ ਤੱਕ ਨਜ਼ਰ ਮਾਰੀ। ਕਿਤੇ ਵੀ ਕੋਈ ਖੇੜਾ ਬਸਤੀ ਨਜ਼ਰ ਨਹੀਂ ਸੀ ਆ ਰਹੀ। ਬਹੁਤ ਭੁੱਖ ਲੱਗੀ ਸੀ। ਸਫ਼ਰ ਵੀ ਉੱਚਾ ਨੀਵਾਂ ਸੀ। ਇਹ ਅਲੱਗ ਪਗਡੰਡੀ ਥੋੜ੍ਹੀ ਦੂਰ ਜਾ ਕੇ ਫਿਰ ਵਗਦੇ ਰਾਹ 'ਚ ਜਾ ਮਿਲੀ ਸੀ। ਉਹ ਚਲੇ ਗਏ ਨੇ ਜਾਂ ਉੱਥੇ ਹੀ ਨੇ? ਉਜੜੇ ਪਿੰਡ ਦਾ ਇੱਕ ਕਿਸਾਨ ਝਾੜਾਂ ਵਿੱਚੋਂ ਨਿਕਲਿਆ। ਹੇ ਰਾਮ, ਇਸ ਜਗ੍ਹਾ ਵਸਣ ਨਾਲੋਂ ਤਾਂ ਹੁਣ ਸਾਧਾਂ ਵਾਂਗ ਤੁਰ ਫਿਰ ਕੇ ਜੀਣਾ ਕਿਤੇ ਚੰਗਾ। ਉਹ ਕਿਸਾਨ ਉੱਚੀ ਜਗ੍ਹਾ ਖੜ ਕੇ ਫਿਰ ਪਿੰਡ ਵੱਲ ਵੇਖਣ ਲੱਗਾ। ਮਰਦਾਨੇ ਨੇ ਹਿੰਮਤ ਨਾਲ ਕੁਝ ਕਦਮ ਤੇਜ਼ੀ ਨਾਲ ਪੁੱਟ ਬਾਬੇ ਦੇ ਨੇੜੇ ਹੋ ਕੇ ਚੱਲਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਅਕਸਰ ਇੱਕ ਜ਼ੋਰਦਾਰ ਅਪਕੜ ਵਾਲਾ ਵਲਵਲਾ ਪਿੰਡੇ ਦੇ ਨੇੜੇ ਆਉਂਦਾ ਜਾਪਦਾ। ਅਜਿਹੀ ਖਿੱਚ ਜਦੋਂ ਸਭ ਕੁਝ ਭੁਲਾ ਦਿੰਦੀ ਹੈ, ਉਦੋਂ ਕਈ ਵਾਰੀ ਬਾਬੇ ਨੂੰ ਮਖੌਲ ਕਰਨ ਨੂੰ ਜੀ ਕਰਦਾ। ਬਾਬਾ ਉਸ ਕਿਸਾਨ ਨੂੰ ਕੀ ਪਤਾ ਸੀ ਵੀ ਮਰਾਸੀ ਤਾਂ ਆਪ ਭੁੱਖਾ ਫਿਰਦਾ ਹੈ। ਨਾਲ ਚੱਲਦਾ ਬਾਬਾ ਕਿਸੇ ਹੋਰ ਰਾਹੀ ਦੀ ਪੁੱਛ ਦਾ ਉੱਤਰ ਦੇ ਰਿਹਾ ਸੀ। ਕਿੱਧਰੋਂ ਆਏ ਹੋ? ਕੌਣ ਹੋ? ਦੇਸ ਨਿਰੰਕਾਰ, ਨਾਮ ਨਿਰੰਕਾਰੀ। ਇੱਕ ਵਾਰ ਫਿਰ ਗੰਗਾ ਦਾ ਕਿਨਾਰਾ ਸੀ, ਪਰ ਇਸ ਵਾਰੀ ਕੰਢੇ ਉੱਤੇ ਬਨਾਰਸ ਸੀ। ਸ਼ੀਸ਼ਾਂ ਦੇ ਸਿਰਾਂ ਉੱਤੇ ਕਿਤਾਬਾਂ ਦੀਆਂ ਪੰਡਾਂ ਸਨ ਤੇ ਜੋ ਬੈਠੇ ਹਨ ਉਹ ਗ੍ਰੰਥਾਂ ਨੂੰ ਖੋਲ੍ਹ ਗੁਰੂਆਂ ਕੋਲੋਂ ਅਰਥ ਪੁੱਛਦੇ ਸੁਣ ਰਹੇ ਹਨ। ਵਿਦਿਆ ਦੀ ਤਪੱਸਿਆ ਨਾਲ ਵੀ ਸਾਧਾਂ ਦੇ ਚਿਹਰੇ ਪਹਿਲਾਂ ਵਰਗੇ ਹੀ ਦਿਸਦੇ ਸਨ। ਹਰ ਜਗ੍ਹਾ ਤਿਆਗ ਦਾ ਰਿਵਾਜ਼ੀ ਸੁਭਾਅ ਮਰਦਾਨੇ ਨੂੰ ਇੱਕੋ ਜਿਹਾ ਲੱਗਿਆ। ਪੋਹ ਦਾ ਮਹੀਨਾ ਸੀ। ਲੋਕ ਕੰਢਿਆਂ 'ਤੇ ਵਗਦੇ ਪਾਣੀ ਤੋਂ ਥੋੜ੍ਹੀ ਦੂਰ ਬੈਠੇ ਸਨ। ਕੁਝ ਪੰਡਤ ਲੋਕ ਗੰਗਾ ਰਾਮ ਚਤੁਰਦਾਸ ਨਾਲ ਆ ਕੇ ਬਾਬੇ ਨੂੰ ਸਵਾਲ ਜਵਾਬ ਕਰਨ ਲੱਗੇ। ਜਲ ਕਿਨਾਰੇ ਬੈਠੇ ਹੋ, ਤੇਰੀ ਸਾਲਗਰਾਮ ਨਹੀਂ, ਤੁਲਸੀ ਦੀ ਮਾਲਾ ਨਹੀਂ, ਚੰਦਨ ਟਿੱਕਾ ਨਹੀਂ, ਤੂੰ ਕਾਹਦਾ ਭਗਤ ਹੈ? ਜਿੰਨੇ ਕੁ ਗ੍ਰੰਥ ਤੇਰੇ ਕੋਲ ਨੇ ਇੰਨੇ ਕੁ ਤਾਂ ਸਾਡੇ ਕਿਸਾਨ ਚੁੱਕੀ ਫਿਰਦੇ ਨੇ। ਲੱਗਦਾ ਤੈਨੂੰ ਪੋਥੀਆਂ ਦਾ ਗਿਆਨ ਹੈ ਹੀ ਨਹੀਂ। ਚਤੁਰਦਾਸ ਨੇ ਗੰਗਾ ਰਾਮ ਸਵਾਲ ਕਰਦੇ ਕਰਦੇ ਥੱਕ ਗਏ। ਉੱਠਣ ਲੱਗੇ ਤਾਂ ਬਾਬੇ ਨੇ ਰਬਾਬ ਨਾਲ ਇੱਕ ਸ਼ਬਦ ਉਚਾਰਿਆ। ਇੰਨੀ ਛੇਤੀ ਵੇਦਾਂ ਸ਼ਾਸਤਰਾਂ ਦਾ ਮਾਣ ਪਤਾ ਨਹੀਂ ਕਿਵੇਂ ਪਰਤ ਆਇਆ ਸੀ। ਚਤੁਰਦਾਸ ਤੇ ਗੰਗਾ ਰਾਮ ਬਾਬੇ ਨੂੰ ਇੱਕ ਵੱਖਰੇ ਕਿਨਾਰੇ ਕੋਲ ਲੈ ਬੈਠੇ ਸਨ। ਦੇਰ ਤੱਕ ਕੋਈ ਆਵਾਜ਼ ਨਹੀਂ ਆਈ। ਫਿਰ ਸਭ ਸ਼ਿਸ਼ ਚਲੇ ਗਏ। ਸਿਰਫ ਗੁਰੂ ਹੀ ਗੁਰੂ ਸਾਹਮਣੇ ਬੈਠੇ ਰਹੇ। ਸਿਰਫ ਇੱਕ ਨੌਜਵਾਨ ਹਲੇ ਵੀ ਉੱਥੇ ਬੈਠਾ ਸੀ। ਉਹਦੀ ਕੇਸਰੀ ਪੱਗ ਤੇ ਕਾਲਾ ਚੋਗਾ ਸੀ। ਉਹਨੇ ਆਪਣੀ ਬਾਂਹ ਵਿੱਚੋਂ ਕਾਸਾ ਵੀ ਬਾਹਰ ਨਹੀਂ ਸੀ ਕੱਢਿਆ। ਫਿਰ ਉੱਥੇ ਬੈਠੇ ਲੋਕ ਦੋ ਜਥਿਆਂ 'ਚ ਵੰਡੇ ਗਏ। ਉਹ ਜਵਾਨ ਕਿਤੇ ਉਹਨਾਂ 'ਚ ਹੀ ਲੁਕ ਗਿਆ। ਕੁਝ ਦੇਰ ਤੋਂ ਬੈਠੇ ਮਰਦਾਨੇ ਕੋਲ ਕੁਝ ਹੋਰ ਸਾਧੂ ਆ ਬੈਠੇ ਸੀ। ਇਸਤਰੀਆਂ ਬਾਰੇ ਤੇਰੀਆਂ ਗੱਲਾਂ ਅਟਪਟੀਆਂ ਨੇ, ਇੱਕ ਬਿਰਧ ਨੇ ਗੱਲ ਛੇੜੀ ਸੀ। 50 ਬਰਸ ਪਹਿਲਾਂ ਮੈਂ ਵੀ ਆਪਣੇ ਗੁਰੂ ਕੋਲੋਂ ਪੁੱਛਿਆ ਸੀ। ਕੀ? ਗੁਰੂ ਜੀ, ਰੋਜ਼ ਰਾਤ ਨੂੰ ਸੁਪਨੇ 'ਚ ਮੈਨੂੰ ਇੱਕ ਸੁੰਦਰ ਇਸਤਰੀ ਝਾੜੂ ਲਾਉਂਦੀ ਦਿਸਦੀ ਹੈ। ਉਹ ਮੈਨੂੰ ਸਾਫ਼ ਜਗ੍ਹਾ ਵੱਲ ਇਸ਼ਾਰੇ ਕਰ ਸੱਦਦੀ ਰਹਿੰਦੀ ਹੈ। ਤੁਸੀਂ ਦੱਸੋ, ਮੈਂ ਸਾਫ਼ ਜਗ੍ਹਾ ਵੱਲ ਜਾਵਾਂ? ਗੁਰੂ ਨੇ ਪੁੱਛਿਆ, ਜਦ ਤੂੰ ਵੇਖਦਾ ਹੈ ਤਾਂ ਕਿੰਨੀ ਜਗ੍ਹਾ ਝਾੜੂ ਲੱਗਿਆ ਹੁੰਦਾ ਹੈ? ਜੀ, ਇਹ ਤਾਂ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ। ਚੱਲ ਅਗਲੇ ਸੁਪਨੇ 'ਚ ਵੇਖ ਕੇ ਦੱਸੀ। ਦੂਜੇ ਦਿਨ ਗੁਰੂ ਨੇ ਪੁੱਛਿਆ ਤਾਂ ਮੈਂ ਦੱਸਿਆ ਸਾਰੀ ਜਗ੍ਹਾ ਸੰਭਰੀ ਹੋਈ ਸੀ। ਅੱਜ ਉਹ ਵੀ ਸ਼ਾਇਦ ਇਸੇ ਲਈ ਨਹੀਂ ਆਈ। ਇਹ ਤਾਂ ਸੀ ਸੁਪਨਾ, ਪਰ ਜਾਗਦੇ ਮਨ ਦਾ ਰੁਝੇਵਾਂ ਕਿਵੇਂ ਰੁਕੇ? ਅਗਲਾ ਪੜਾਅ ਹੋਰ ਔਖਾ ਨਹੀਂ? ਮਰਦਾਨਾ ਉਹਨਾਂ ਵਿੱਚ ਜਾ ਬੈਠਾ ਸੀ। ਬਾਬੇ ਦੀ ਗੋਸ਼ਟੀ ਹਾਲੇ ਵੀ ਚੱਲ ਰਹੀ ਸੀ। ਫਿਰ ਇੱਕ ਹੋਰ ਬਿਰਧ ਸਰੀਰ ਬੋਲਿਆ। ਘਰ ਛੱਡਣ ਵੇਲੇ ਜਿਹੜੀ ਘਰ ਵਾਲੀ ਹੱਸਦੀ ਵੀ ਚੰਗੀ ਨਹੀਂ ਸੀ ਲੱਗਦੀ, ਫਕੀਰ ਹੋ ਕੇ ਉਹਦੀ ਖੰਘ ਵੀ ਯਾਦ ਵਾਂਗ ਸੁਣਦੀ ਹੈ। ਤੁਸੀਂ ਸੱਚ ਬੋਲਦੇ ਹੋ। ਹਜ਼ਾਰਾਂ ਸਾਲ ਲੰਘ ਗਏ ਨੇ, ਰਿਸ਼ੀ ਵੀ ਉਮਰਾਂ ਭੋਗ ਕੇ ਲੰਘ ਗਏ, ਪਰ ਇਹ ਤੁਹਾਡੀਆਂ ਅਪਸਰਾਂ 16 ਤੋਂ ਕਿਉਂ ਨਹੀਂ ਟੱਪੀਆਂ? ਬਾਬੇ ਦੀ ਗੋਸ਼ਟੀ ਪੂਰੀ ਹੋਣ ਤੋਂ ਬਾਅਦ ਉਹ ਕੇਸਰੀ ਪੱਗ ਵਾਲਾ ਨੌਜਵਾਨ ਇੱਧਰ ਆ ਗਿਆ ਸੀ। ਉਹਦੀ ਬੜੀ ਸੰਜੀਦਾ ਸ਼ਕਲ ਸੀ। ਤੂੰ ਜਗਿਆਸੂ ਹੈ ਨੌਜਵਾਨਾ, ਇੱਧਰ ਆ, ਤੇਰੇ ਸਿਰ ਤੇ ਹੱਥ ਫੇਰਾਂ। ਹੁਣ ਨਾਨਕ ਤਪਾ ਸਮਾਧੀ 'ਚ ਬੈਠ ਗਿਆ। ਮੈਂ ਉਹਦੇ ਅੱਗੇ ਜਾ ਕੇ ਬੈਠਣਾ ਹੈ। ਬਜ਼ੁਰਗ ਹੌਲੀ ਜਿਹੀ ਉਸ ਕੰਢੇ ਵੱਲ ਚੱਲ ਪਿਆ ਜਿੱਧਰ ਬਾਬਾ ਸਮਾਧੀ 'ਚ ਬੈਠਾ ਸੀ। ਉਹ ਜਾਂਦਾ ਜਾਂਦਾ ਉਸ ਨੌਜਵਾਨ ਦੇ ਸਿਰ ਤੇ ਇੱਕ ਵਾਰੀ ਫੇਰ ਹੱਥ ਫੇਰਦਾ ਕਹਿ ਗਿਆ ਸੀ, ਤੁਸੀਂ ਨਾਨਕ ਨੂੰ ਸਿਰਫ ਬੋਲਦਾ ਹੀ ਸੁਣਨਾ ਚਾਹੁੰਦੇ ਹੋ, ਕਦੇ ਉਹਦੀ ਸਮਾਧੀ ਦਾ ਵੀ ਆਨੰਦ ਲੈ ਕੇ ਵੇਖੋ। ਥੋੜ੍ਹੀ ਦੇਰ ਬਾਅਦ ਇਹ ਦੋਵੇਂ ਹਮ ਉਮਰ ਗੱਲਾਂ ਕਰਨ ਲੱਗੇ। ਉਸ ਨੌਜਵਾਨ ਦੀ ਆਵਾਜ਼ ਬਹੁਤ ਭਾਵੁਕ ਸੀ। ਤੂੰ ਆਪਣੇ ਗੁਰੂ ਨਾਲ 4 ਖੰਡਾਂ ਦਾ ਭਰਮਣ ਕਰਨ ਨਿਕਲਿਆ। ਜਾਪਦਾ ਪਤਾ ਤਾਂ ਗੁਰੂ ਨੂੰ ਹੀ ਹੋਏਗਾ। ਬਿਨਾਂ ਪਾਣੀ ਤੋਂ ਪੱਤਣ ਕਿਵੇਂ ਬਣ ਗਿਆ? ਉਹ ਮਰਦਾਨੇ ਵੱਲ ਵੇਖ ਕੇ ਉੱਚੀ ਉੱਚੀ ਹੱਸਿਆ। ਮੈਂ ਨਾਨਕ ਸਾਈਂ ਨੂੰ ਕੁਰੂਕਸ਼ੇਤਰ ਮਿਲ ਚੁੱਕਿਆ, ਹੁਣ ਫਿਰ ਮਿਲਾਂਗਾ। ਫਿਰ ਤਾਂ ਨਿਰਮਲ ਜਲ ਦੀ ਖੋਜ ਬਹੁਤ ਨੇੜੇ ਹੈ। ਉਹ ਚੁੱਪ ਕਰ ਗਿਆ। ਥੋੜ੍ਹੀ ਦੇਰ ਉਹਦੀਆਂ ਅੱਖਾਂ ਗਿੱਲੀਆਂ ਰਹੀਆਂ।
ਮੈਂ ਆਪਣੇ ਗੁਰੂ ਤੋਂ ਇੱਕ ਸਨਮਾਨਜਨਕ ਦੂਰੀ ਉੱਤੇ ਅੱਧੀ ਉਮਰ ਲੰਘਾ ਦਿੱਤੀ ਹੈ। ਤੂੰ ਤਾਂ ਕਿਸਮਤ ਵਾਲਾ ਹੈ, ਗੁਰੂ ਦੇ ਨਾਲ ਨਾਲ ਚੱਲ ਰਿਹਾ। ਉਹਨੇ ਦੂਜੀ ਵਾਰ ਗਿੱਲੀਆਂ ਅੱਖਾਂ ਸਾਫ਼ ਕੀਤੀਆਂ। ਤੂੰ ਤਾਂ ਰੋਜ਼ ਆਪਣੇ ਗੁਰੂ ਦੇ ਆਲੇ ਦੁਆਲੇ ਬਹੁਤ ਕੁਝ ਘਟਦਾ ਵੇਖਦਾ ਹੋਣਾ ਹੈ। ਮੈਨੂੰ ਵੇਖ, ਗੁਰੂ ਦੇ ਬਚਨਾਂ ਦੀ ਪਾਲਣਾ ਕਰਦਾ ਕਰਦਾ ਖੁਦ ਤੋਂ ਕਿੰਨੀ ਦੂਰ ਚਲਾ ਗਿਆ। ਤੂੰ ਆਪਣੇ ਤੋਂ ਇੰਨੀ ਦੂਰ ਕਿਵੇਂ ਚਲਾ ਗਿਆ? ਸਭ ਦੀ ਤੇਰੇ ਵਰਗੀ ਕਿਸਮਤ ਥੋੜ੍ਹਾ ਹੈ। ਸਾਡੀ ਕਿਸਮਤ ਵੇਖ, ਜੜ ਗੁਰੂਆਂ ਨੇ ਸਾਨੂੰ ਹੀ ਸਾਡੀਆਂ ਸ਼ਕਤੀਆਂ ਤੋਂ ਪੀੜਤ ਕਰ ਦਿੱਤਾ। ਤੇਰੀ ਆਵਾਜ਼ ਮੈਂ ਕਿਤੇ ਸੁਣੀ ਹੈ। ਪਿੱਠ ਕਰ, ਮੈਂ ਤੇਰੀ ਪਿੱਠ ਤੋਂ ਤੈਨੂੰ ਪਛਾਣ ਲੱਗਾ। ਮਰਦਾਨਾ ਸਫ਼ਰਾਂ 'ਚ ਲੰਘੀਆਂ ਪਿੱਠਾਂ ਯਾਦ ਕਰਨ ਲੱਗਿਆ। ਉਹ ਥੋੜ੍ਹੀ ਦੇਰ ਸਿਰ ਝੁਕਾ ਅਥਰੂ ਵਹਾਉਂਦਾ ਰਿਹਾ। ਫਿਰ ਉਹ ਦੋਵੇਂ ਦੇਰ ਤੱਕ ਬਾਬੇ ਦੇ ਆਉਣ ਦੀ ਉਡੀਕ ਕਰ ਰਹੇ। ਉਡੀਕ 'ਚ ਗੰਗਾ ਕਿਨਾਰੇ ਬੈਠ ਕੇ ਗੱਲਾਂ ਕਰਦੇ ਰਹੇ। ਕੋਈ ਸੰਵਾਦ ਨਹੀਂ ਸੀ ਹੋ ਰਿਹਾ। ਬਾਬੇ ਦਾ ਮੌਨ ਚੱਲ ਰਿਹਾ ਸੀ। ਬਨਾਰਸ ਤੋਂ ਚੱਲਦਿਆਂ ਹੀ ਮਰਦਾਨੇ ਨੇ ਬਾਬੇ ਦਾ ਚਿਹਰਾ ਵੇਖ ਲਿਆ ਸੀ। ਅਜਿਹਾ ਪਹਿਲੀ ਵਾਰ ਨਹੀਂ ਸੀ ਹੋਇਆ। ਬਹੁਤ ਠੰਡ ਸੀ, ਸਿਰਫ ਚੱਲਦੇ ਵਕਤ ਹੀ ਅੰਗ ਭਖ ਰਹੇ ਸਨ। ਕਈ ਵਾਰੀ ਭੁਲੇਖੇ ਨਾਲ ਉਹਨੂੰ ਰਬਾਬ ਵਜਾਉਣ ਲਈ ਛਾਤੀ ਉੱਤੇ ਕੀਤੀ ਉਹਨਾਂ ਨਾਲ ਸਦਾ ਸੁਧਾਨੰਦ ਵੀ ਚੱਲ ਰਿਹਾ ਸੀ। ਚੰਦਰੋਲੀ ਵੱਲ ਜਾਂਦਾ ਇਹ ਰਸਤਾ ਮਰਦਾਨੇ ਨੂੰ ਬਾਰ-ਬਾਰ ਇਹ ਅਹਿਸਾਸ ਕਰਵਾ ਰਿਹਾ ਸੀ ਕਿ ਚੁੱਪ ਨੂੰ ਇੱਕ ਫਾਸਲੇ 'ਤੇ ਖੜ੍ਹੇ ਹੋ ਕੇ ਵੇਖਣਾ ਕਿੰਨਾ ਔਖਾ ਸੀ। ਇਹ ਸੁਣ ਅਣਸੁਣ ਕਰੀ ਜਾਂਦੇ ਸਨ ਤੇ ਵੇਖ ਅਣਦੇਖਿਆ ਕਰੀ ਜਾਂਦੀਆਂ। ਅੱਖਾਂ ਲਈ ਸ਼ਬਦਾਂ ਦੀ ਕਿੰਨੀ ਜ਼ਰੂਰਤ ਰਹਿੰਦੀ ਹੈ। ਸ਼ਾਇਦ ਇਸੇ ਚੰਦਰੋਲੀ ਨੇੜੇ ਜਾਂਦੇ ਸੁਧਾਨੰਦ ਬੋਲਿਆ ਸੀ। ਜਦ ਪੁੱਛਣ ਦਾ ਸਾਹਸ ਕੀਤਾ ਸੀ ਤਾਂ ਗੁਰੂ ਮੌਨ 'ਚ ਚਲਾ ਗਿਆ। ਬਾਬਾ ਅੱਗੇ ਲੰਘ ਗਿਆ ਸੀ। ਉਡੀਕ 'ਚ ਸਾਹਸ ਭਰ, ਬਾਬਾ ਬੋਲੇਗਾ। ਤੂੰ ਇੰਨੀਆਂ ਯਾਤਰਾਵਾਂ 'ਚ ਗੁਜ਼ਰ ਕੇ ਕਿਵੇਂ ਸਾਹਸ ਬਚਾਈ ਰੱਖਦਾ ਹੈ? ਇਹਦੇ ਲਈ ਗਾਉਣਾ ਬੜਾ ਆਸਾਨ ਕਰ ਦਿੰਦਾ ਹੈ। ਤੂੰ ਦੁੱਖਾਂ ਨਾਲ ਸੰਵਾਦ ਰਚਾਉਣ ਲਈ ਤਾਂ ਨਹੀਂ ਕਿਤੇ ਗਾਉਂਦਾ। ਅੱਛਾ, ਦੁੱਖਾਂ ਦੇ ਵੀ ਮਰਾਸੀ ਹੁੰਦੇ ਨੇ। ਮਰਦਾਨਾ ਉੱਚੀ ਉੱਚੀ ਹੱਸਿਆ। ਉਹਦੀ ਥੋੜ੍ਹੀ ਦੇਰ ਬਾਅਦ ਜਦੋਂ ਨਜ਼ਰ ਮਾਰੀ ਤਾਂ ਸੁਧਾਨੰਦ ਉਹਦੇ ਨਾਲ ਨਹੀਂ ਸੀ। ਅੱਗੇ ਚੰਦਰੋਲੀ ਆ ਗਿਆ ਸੀ। ਧੰਨਵਾਦ। ਚੱਲਦਾ।